ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਅਤੇ ਭਾਰਤ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ। ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾ ਦਾ ਪੂਰਾ ਜਵਾਬ ਹੈ। ਇਹ ਕਿਉਂ ਅਸੀਂ ਕਹਿ ਰਹੇ ਹਾਂ, ਇਸ ਖਬਰ ਤੇ ਅਸੀਂ ਵਿਸਤਾਰਪੂਰਵਕ ਚਰਚਾ ਕਰਾਂਗੇ। ਵਿਸਤਾਰ ਤਰੀਕੇ ਨਾਲ ਤੁਹਾਨੂੰ ਇਸ ਖਬਰ ਦੇ ਬਾਰੇ ਜਾਣੂ ਕਰਵਾਵਾਂਗੇ। ਤਾਂ ਅਗਲੀ ਖਬਰ ਜਿਹੜੀ ਹੈ ਉਹ ਇਹ ਹੈ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਵਿਚਕਾਰ ਕੀ ਸਮਝੌਤਾ ਹੋ ਗਿਆ। ਕੀ ਭਗਵੰਤ ਮਾਨ ਮੰਨ ਗਏ ਨੇ? ਕਿਉਂਕਿ ਕੱਲ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਭੋਜਨ ਛਕਿਆ, ਉਹਨਾਂ ਦੀ ਮਾਤਾ ਦੇ ਨਾਲ ਵੀ ਗੱਲਬਾਤ ਅਰਵਿੰਦ ਕੇਜਰੀਵਾਲ ਨੇ ਕੀਤੀ ਹੈ ਤੇ ਹੁਣ ਬੋਡੀ ਲੈਂਗੁਏਜ ਤੋਂ ਦੇਖਣ ਨੂੰ ਲੱਗ ਰਿਹਾ ਕਿ ਦੋਨਾਂ ਦੇ ਵਿਚਕਾਰ ਸਮਝੌਤਾ ਹੋ ਗਿਆ। ਕੀ ਸਮਝੌਤਾ ਕੀ ਹੋਇਆ? ਕਿ ਭਗਵੰਤ ਮਾਨ ਹੀ ਅਗਲੇ ਸੀਐਮ ਦੇ ਉਮੀਦਵਾਰ ਹੋਣਗੇ ਆਮ ਆਦਮੀ ਪਾਰਟੀ ਦੇ ਜਾਂ ਨਹੀਂ? ਇਸ ਪੂਰੇ ਮਾਮਲੇ ਤੇ ਵੀ ਗੱਲਬਾਤ ਕਰਾਂਗੇ। ਤਾਂ ਅਗਲੀ ਖਬਰ ਜਿਹੜੀ ਇਹ ਹੈ ਕਿ ਪ੍ਰਸ਼ਾਂਤ ਕਿਸ਼ੋਰ ਦੇ ਵੱਲੋਂ ਅਗਲੀ ਸਰਕਾਰ ਦੇ ਬਾਰੇ ਭਵਿੱਖਬਾਣੀ ਕਰ ਦਿੱਤੀ ਗਈ ਹੈ। ਇਸ ਸਰਕਾਰ ਦੇ ਬਣਨ ਦੇ ਬਾਰੇ ਉਹਨਾਂ ਨੇ ਭਵਿੱਖਬਾਣੀ ਕੀਤੀ ਹੈ। ਕੀ ਕੁਝ ਕਹਿੰਦੇ ਨੇ ਪ੍ਰਸ਼ਾਂਤ ਕਿਸ਼ੋਰ, ਅਸੀਂ ਉਹ ਵੀ ਤੁਹਾਨੂੰ ਦੱਸਾਂਗੇ ਤੇ ਕਾਂਗਰਸ ਨੂੰ ਕਿਵੇਂ ਪ੍ਰਸ਼ਾਂਤ ਕਿਸ਼ੋਰ ਦਾ ਵੱਡਾ ਝਟਕਾ ਹੈ ਉਹ ਵੀ ਤੁਹਾਨੂੰ ਦੱਸਾਂਗੇ। ਇਹਨਾਂ ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਾਂਗੇ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਰ ਸਵਾਗਤ ਹੈ ਪ੍ਰੋਗਰਾਮ ਵਿੱਚ। बहुत बहुत शुक्रिया, मेहरबानी, धन्यवाद सुखविंदर जी। सर कल कैप्टन अमरिंदर सिंह की मीटिंग होनी सी अमित शाह दे नाल 25-30 मैंबरां दा वफद लैके भी उत्थे बैठे हुए सी कैप्टन अमरिंदर सिंह। पर भाजपा दा जिहड़ा गृह मंत्री है उहदा गृह मंत्रालय दा जिहड़ा स्टाफ है कहंदे उन्हां दे वल्लों कैप्टन अमरिंदर सिंह नूं मना कर दिता गया कि भाई उन्हां नूं तां अमित शाह नूं तां जिहड़ा गुजरात जाना पै गया, इस करके मीटिंग हो नहीं सकती। किवें देखदे हो जेकर पंजाब के संदर्भ दे विच देखिए 2022 ਦੀਆਂ ਚੋਣਾਂ ਦੇ ਸੰਦਰਭ ਦੇ ਵਿੱਚ ਦੇਖੀਏ ਤਾਂ ਭਾਜਪਾ ਦੇ ਲਈ ਇੱਕ ਅਹਿਮ ਮੀਟਿੰਗ ਜਿਹੜੀ ਹੈ ਹੋ ਸਕਦੀ ਸੀ। ਕੈਪਟਨ ਅਮਰਿੰਦਰ ਸਿੰਘ ਦੇ ਲਈ ਤੇ ਇਹ ਅਹਿਮ ਮੀਟਿੰਗ ਹੈਗੀ ਹੈ ਤੇ ਭਾਜਪਾ ਦੇ ਲਈ ਵੀ ਬੜੀ ਅਹਿਮ ਮੀਟਿੰਗ ਸੀ ਕਿਉਂਕਿ ਅਹਿਮ ਮੁੱਦੇ ਦੇ ਉੱਪਰ ਗੱਲਬਾਤ ਹੋਣੀ ਸੀ। 22 ਦੀਆਂ ਚੋਣਾਂ ਨੂੰ ਲੈ ਕੇ ਰਣਨੀਤੀ ਵੀ ਘੜੀ ਜਾ ਸਕਦੀ ਸੀ, ਕਿਸਾਨੀ ਮਸਲੇ ਤੇ ਗੱਲਬਾਤ ਹੋਣੀ ਸੀ। ਕਿਵੇਂ ਦੇਖਦੇ ਹੋ ਕਿ ਅਜਿਹੀ ਮੀਟਿੰਗ ਕੈਂਸਲ ਕਰਕੇ ਗ੍ਰਹਿ ਮੰਤਰੀ ਦਾ ਚਲੇ ਜਾਣਾ ਕਿ ਭਾਜਪਾ ਦਾ ਕਿਤੇ ਪੂਰਾ ਜਵਾਬ ਤਾਂ ਨਹੀਂ, ਕਿਤੇ ਹਾਲੇ ਭਾਜਪਾ ਜਿਹੜੀ ਹੈ ਕੈਪਟਨ ਅਮਰਿੰਦਰ ਸਿੰਘ ਤੋਂ ਪੱਲਾ ਤਾਂ ਨਹੀਂ ਛੁਡਵਾ ਰਹੀ? ਸੁਖਵਿੰਦਰ ਜੀ ਦੇਖੋ, ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾ ਵੱਲੋਂ ਹਾਂ ਤਾਂ ਕਦੇ ਵੀ ਨਹੀਂ ਹੋਈ ਸਿੱਧੇ ਤੌਰ ਤੇ ਆਪਾਂ ਕਹੀਏ, ਜਾਂ ਇਦਾਂ ਕਹਿ ਸਕਦੇ ਹਾਂ ਕਿ ਕੈਪਟਨ ਸਾਹਿਬ ਪਿਛਲੇ ਲੰਮੇ ਸਮੇਂ ਤੋਂ ਖਾਸ ਤੌਰ ਤੇ ਜਦੋਂ ਤੋਂ ਉਹਨਾਂ ਨੇ ਰਿਜ਼ਾਈਨ ਦਿੱਤਾ ਹੈ ਐਜ਼ ਏ ਮੁੱਖ ਮੰਤਰੀ ਦੇ ਤੌਰ ਤੇ, ਤਾਂ ਉਸ ਤੋਂ ਬਾਅਦ ਉਹ ਲਗਾਤਾਰ ਬੀਜੇਪੀ ਦੇ ਵਿੱਚ ਆਉਣ ਦੀਆਂ ਜਾਂ ਬੀਜੇਪੀ ਦੇ ਨਾਲ ਸਮਝੌਤਾ ਕਰਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਨਜ਼ਰ ਆਏ ਨੇ। ਪਰ ਖਾਸ ਤੌਰ ਤੇ ਅਮਿਤ ਸ਼ਾਹ ਜੀ ਵੱਲੋਂ ਇਸ ਤੋਂ ਪਹਿਲਾਂ ਵੀ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਕੋਰਾ ਜਵਾਬ ਦਿੱਤਾ ਗਿਆ ਸੀਗਾ ਔਰ ਕੋਸ਼ਿਸ਼ ਉਹਨਾਂ ਨੇ ਕੀਤੀ ਸੀ ਕਿ ਮੈਂ ਅਮਿਤ ਸ਼ਾਹ ਜੀ ਨਾਲ ਪਹਿਲਾਂ ਵੀ ਮੁਲਾਕਾਤ ਕਰਾਂਗਾ, ਪਰ ਉਹਨਾਂ ਉਸ ਮੁਲਾਕਾਤ ਨੂੰ ਬੂਰ ਨਹੀਂ ਸੀ ਪਿਆ। ਸੋ ਕੱਲ ਵੀ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਔਰ ਇੱਥੋਂ ਤੱਕ ਉਹਨਾਂ ਨੇ ਕਿਹਾ ਕਿ ਹੁਣ ਮੈਂ ਇਕੱਲਾ ਨਹੀਂ ਹੋਵਾਂਗਾ, ਮੇਰੇ ਨਾਲ ਖੇਤੀ ਮਾਹਿਰ ਕੁਝ ਜਿਹੜੇ ਲੋਕ ਨੇ ਉਹ ਵੀ ਹੋਣਗੇ ਤਾਂ ਕਿ ਅਸੀਂ ਕਿਸਾਨਾਂ ਦੇ ਸੰਕਟ ਦਾ, ਕਿਸਾਨਾਂ ਦੇ ਇਸ ਸੰਘਰਸ਼ ਦਾ ਕੋਈ ਹੱਲ ਕੱਢ ਸਕੀਏ। ਸੋ ਕਹਿਣ ਦਾ ਮਤਲਬ ਹੈ ਕਿ ਆਪਣੇ ਵੱਲੋਂ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਉਹ ਕੋਸ਼ਿਸ਼ ਨੂੰ ਜਿਹੜਾ ਹੈਗਾ ਬੂਰ ਪੈਂਦਾ ਨਜ਼ਰ ਨਹੀਂ ਆਇਆ। ਸੋ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਨੂੰ ਵਾਪਸ ਆਉਣਾ ਪਿਆ ਔਰ ਉਹਨਾਂ ਨੂੰ ਇਹ ਕਿਹਾ ਗਿਆ ਕਿ ਅਗਲੇ ਦਿਨਾਂ ਦੇ ਵਿੱਚ ਸੋਚਿਆ ਜਾਏਗਾ ਤੁਹਾਡੀ ਮੁਲਾਕਾਤ ਦੇ ਬਾਰੇ। ਹੋ ਸਕਦਾ ਹੈ ਕਿ ਅਗਲੇ ਦਿਨ ਕਦੋਂ ਆਏਗਾ ਕਦੋਂ ਨਹੀਂ ਆਏਗਾ ਇਹ ਹੁਣ ਸਮਾਂ ਦੱਸੇਗਾ। ਪਰ ਜਿੱਥੋਂ ਤੱਕ ਕੱਲ ਦੀ ਗੱਲ ਦਾ ਸਵਾਲ ਹੈ ਉੱਥੇ ਆਪਾਂ ਕਹਿ ਸਕਦੇ ਹਾਂ ਕਿ ਕੈਪਟਨ ਸਾਹਿਬ ਦੇ ਬਾਰੇ ਬੀਜੇਪੀ ਬਿਲਕੁਲ ਸਪਸ਼ਟ ਹੈ ਔਰ ਬੀਜੇਪੀ ਨੂੰ ਇਹ ਗੱਲ ਪਤਾ ਹੈ ਕਿ ਕੈਪਟਨ ਸਾਹਿਬ ਦਾ ਆਧਾਰ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਦੇ ਵਿੱਚ ਜਿਹੜਾ 17 ਦੇ ਵੇਲੇ ਸੀਗਾ ਜਾਂ 19 ਦੇ ਵੇਲੇ ਸੀਗਾ ਉਹ ਆਧਾਰ ਨਹੀਂ ਰਿਹਾ ਔਰ ਇੱਥੋਂ ਤੱਕ ਕਿ ਕੋਈ ਐਮਐਲਏ ਉਹਨਾਂ ਦੇ ਨਾਲ ਦਿਖਾਈ ਨਹੀਂ ਦੇ ਰਿਹਾ ਇਸ ਵੇਲੇ। ਸਿਰਫ ਐਮਐਲਏ ਨਹੀਂ, ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਜੀ ਵੀ ਉਹਨਾਂ ਦਾ ਸਾਥ ਦਿੰਦੇ ਨਜ਼ਰ ਨਹੀਂ ਆ ਰਹੇ। ਸੋ ਕਹਿਣ ਦਾ ਮਤਲਬ ਹੈ ਕਿ ਇੱਕ ਤਰ੍ਹਾਂ ਦੇ ਅਲੱਗ ਥਲੱਗ ਪਏ ਉਹ ਆਪਣੇ ਪਿਛਲੀ ਜਿਹੜੀ ਪ੍ਰੈਸ ਕਾਨਫਰੰਸ ਹੈ ਤੁਸੀਂ ਦੇਖਿਆ ਹੋਵੇਗਾ ਕਿ ਅਲੱਗ ਥਲੱਗ ਪਏ ਨਜ਼ਰ ਆਏ ਨੇ। ਸੋ ਨਤੀਜਾ ਕੀ ਨਿਕਲ ਰਿਹਾ ਹੈ? ਨਤੀਜਾ ਇਹ ਹੈ ਕਿ ਜਿਹੜੀ ਅਗਲੀ ਜਿਹੜੀ ਪੋਲਿਟਿਕਸ ਦੇ ਵਿੱਚ ਉਹ ਜਾਣਾ ਚਾਹੁੰਦੇ ਨੇ, ਸਿਆਸਤ ਦੇ ਵਿੱਚ ਜਾਣਾ ਚਾਹੁੰਦੇ ਨੇ, ਸਿਆਸਤ ਦੀ ਪਾਰੀ ਅਗਲੀ ਖੇਡਣਾ ਚਾਹੁੰਦੇ ਨੇ, ਉਹਦੇ ਵਿੱਚ ਕੋਈ ਸੰਭਾਵਨਾਵਾਂ ਨਜ਼ਰ ਨਹੀਂ ਆ ਰਹੀਆਂ। ਸੋ ਬੀਜੇਪੀ ਜਾਣਦੀ ਹੈ ਕਿ ਜੇਕਰ ਅਸੀਂ ਗੱਲਬਾਤ ਕਰਨੀ ਹੈ ਤਾਂ ਸਾਨੂੰ ਕਿਸਾਨ ਲੀਡਰਾਂ ਦੇ ਨਾਲ ਕਰਨੀ ਚਾਹੀਦੀ ਹੈ ਜਾਂ ਕੈਪਟਨ ਸਾਹਿਬ ਨਾਲ ਗੱਲ ਕਰਨੀ ਚਾਹੀਦੀ ਹੈ ਔਰ ਕੈਪਟਨ ਸਾਹਿਬ ਨੂੰ ਵੀ ਇਹ ਸੋਚਣਾ ਚਾਹੀਦਾ ਹੈ
ਕਿ ਜਦੋਂ ਇਹ ਸੰਕਟ ਸ਼ੁਰੂ ਹੋਇਆ ਸੀਗਾ, ਜਦੋਂ ਇਹ ਮੋਰਚਾ ਸ਼ੁਰੂ ਹੋਇਆ ਸੀ ਕਿਸਾਨਾਂ ਦਾ, ਤਾਂ ਉਸ ਵੇਲੇ ਉਹਨਾਂ ਨੂੰ ਐਜ਼ ਅ ਮੁੱਖ ਮੰਤਰੀ ਦੇ ਤੌਰ ਤੇ ਆਪਣੇ ਨਾਲ ਐਕਸਪਰਟ ਲੈ ਕੇ ਜਿਹੜੀ ਹੈਗੀ ਹੈ ਬੀਜੇਪੀ ਨਾਲ ਗੱਲਬਾਤ ਕਰਨੀ ਚਾਹੀਦੀ ਸੀਗੀ। ਪਰ ਹੁਣ ਉਹ ਅੱਜ ਜਦੋਂ ਲਗਭਗ ਸਾਲ ਹੋ ਚੁੱਕਿਆ ਇਸ ਸੰਘਰਸ਼ ਨੂੰ, ਹੁਣ ਜਦੋਂ ਉਹ ਸੱਤਾ ਤੋਂ ਬਾਹਰ ਹੋ ਚੁੱਕੇ ਨੇ। ਲੋਕਾਂ ਕਿਵੇਂ ਦੇਖਦੇ ਹੋ ਕਿ ਇੱਕ ਤਰੀਕੇ ਨਾਲ ਇਹ ਨਹੀਂ ਲੱਗ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਹੀ ਭਾਜਪਾ ਦੇ ਪਾਲੇ ਦੇ ਵਿੱਚ ਜਾਣਾ ਚਾਹੁੰਦੇ ਨੇ, ਉਹਨਾਂ ਦੇ ਪੱਲੇ ਪੈਣਾ ਚਾਹੁੰਦੇ ਨੇ, ਖੁਦ ਹੀ ਭਾਜਪਾ ਦੇ ਵੱਲੋਂ ਕੋਈ ਬਹੁਤਾ ਇੰਟਰਸਟ ਨਹੀਂ ਦਿਖਾਇਆ ਜਾ ਰਿਹਾ, ਇਦਾਂ ਨਹੀਂ ਲੱਗ ਰਿਹਾ? ਕਿਉਂਕਿ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਜਦੋਂ ਪਿਛਲੇ ਦਿਨੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਮੁਲਾਕਾਤ ਦੇ ਲਈ ਅਮਿਤ ਸ਼ਾਹ ਦੇ ਨਾਲ ਜਾਂਦੇ ਨੇ, ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਅਜੀਤ ਡੋਵਾਲ ਨੂੰ ਮਿਲਦੇ ਨੇ, ਤਾਂ ਕਿ ਇਹ ਵੀ ਕਿਹਾ ਜਾ ਰਿਹਾ ਕਿ ਸ਼ਾਇਦ ਇਸ ਕਰਕੇ ਅਜੀਤ ਡੋਵਾਲ ਦੇ ਨਾਲ ਮੁਲਾਕਾਤ ਕਰਨ ਦੇ ਲਈ ਭੇਜਿਆ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਭਾਈ ਜਿਹੜੇ ਅਰੂਸਾ ਵਾਲਾ ਮੈਟਰ ਚੱਲ ਰਿਹਾ ਪੰਜਾਬ ਦੇ ਅੰਦਰ, ਜਾਂ ਅਰੂਸਾ ਲੰਬੇ ਸਮੇਂ ਤੋਂ ਪੰਜਾਬ ਦੇ ਅੰਦਰ ਹੈ, ਤਾਂ ਅਰੂਸਾ ਦਾ ਕਿਤੇ ਨਾ ਕਿਤੇ ਕਨੈਕਸ਼ਨ ਕਹਿੰਦੇ ISI ਦੇ ਚੀਫ ਦੇ ਨਾਲ ਜੋੜਿਆ ਜਾ ਰਿਹਾ ਸੀਗਾ ਕੁਝ ਲੋਕਾਂ ਦੇ ਵੱਲੋਂ। ਤਾਂ ਉਹ ਖਬਰਾਂ ਦੇ ਵਿਚਾਲੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਅਸੀਂ ਭਾਜਪਾ ਦੇ ਨਾਲ ਤੁਹਾਡੇ ਨਾਲ ਸਮਝੌਤਾ ਕਰਨ ਦੇ ਨਾਲ ਜਾਂ ਗੱਠਜੋੜ ਕਰਨ ਦੇ ਨਾਲ ਅਸੀਂ ਬਾਅਦ ਸੋਚਾਂਗੇ, ਪਹਿਲਾਂ ਅਰੂਸਾ ਵਾਲਾ ਮਸਲਾ ਜਿਹੜਾ ਅਜੀਤ ਡੋਵਾਲ ਦੇ ਨਾਲ ਜਾ ਕੇ ਨਿਬੇੜੋ ਕਿ ਉਹ ਕੀ ਕਹਿੰਦੇ ਆ। ਉੱਥੇ ਜਾ ਕੇ ਸ਼ਾਇਦ ਉੱਥੇ ਉਹ ਗੱਲਬਾਤ ਬਣ ਨਹੀਂ ਪਾਈ, ਜਿਹਦੇ ਕਰਕੇ ਪਿਛਲੇ ਦਿਨੀ ਗੱਠਜੋੜ ਜਿਹੜਾ ਹੁੰਦਾ ਰਹਿ ਗਿਆ, ਜਿਹਦੇ ਕਰਕੇ ਕੈਪਟਨ ਅਮਰਿੰਦਰ ਸਿੰਘ ਪਾਰਟੀ ਵੀ ਲੇਟ ਕਰਦੇ ਗਏ। ਤਾਂ ਹੁਣ ਜਿਸ ਤਰੀਕੇ ਦੇ ਨਾਲ ਗੁਜਰਾਤ ਚਲੇ ਜਾਂਦੇ ਨੇ ਗ੍ਰਹਿ ਮੰਤਰੀ ਆਪਣੀ ਅਹਿਮ ਮੀਟਿੰਗ ਛੱਡ ਕੇ, ਤਾਂ ਫਿਰ ਇਹੀ ਲੱਗ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਧੱਕੇ ਦੇ ਨਾਲ ਪੱਲੇ ਪੈਣਾ ਚਾਹੁੰਦੇ ਨੇ। ਕੋਈ ਬਹੁਤਾ ਇੰਟਰਸਟ ਭਾਜਪਾ ਦਾ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਹੈ ਨਹੀਂ, ਇਦਾਂ ਨਹੀਂ ਲੱਗ ਰਿਹਾ? ਬਿਲਕੁਲ, ਦੇਖੋ ਦੋ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਵੱਡੇ ਮੰਨੇ ਜਾ ਸਕਦੇ ਆ ਕਿ ਇੱਕ ਤਾਂ ਜਿਵੇਂ ਤੁਸੀਂ ਕਿਹਾ ਕਿ ਅਰੂਸਾ ਦਾ ਫੈਕਟਰ ਹੈਗਾ ਹੀ ਹੈਗਾ, ਔਰ ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਲੀਡਰ ਨੇ, ਚਾਹੇ ਉਹ ਵਿਰੋਧੀ ਧਿਰਾਂ ਦੇ ਹੋਣ ਚਾਹੇ ਕਾਂਗਰਸ ਦੇ ਆਪਣੇ ਹੋਣ, ਇਹ ਵੱਡੇ ਸਵਾਲ ਅਰੂਸਾ ਬਾਰੇ ਕੈਪਟਨ ਦੇ ਉੱਤੇ ਚੁੱਕਦੇ ਆਏ ਨੇ, ਔਰ ਉਹਨਾਂ ਨੇ ਬਕਾਇਦਾ ਤੌਰ ਤੇ ਸਬੂਤ ਵੀ ਦਿੱਤੇ ਨੇ ਔਰ ਆਪਣੀਆਂ ਗੱਲਾਂ ਵੀ ਰੱਖੀਆਂ ਨੇ। ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ISI ਦੇ ਨਾਲ ਕਿਸ ਤਰ੍ਹਾਂ ਦੇ ਉਹਨਾਂ ਦੇ ਸੰਬੰਧ ਰਹੇ ਨੇ। ਪਰ ਦੂਜਾ ਜਿਹੜਾ ਵੱਡਾ ਫੈਕਟਰ ਹੈ ਇਸ ਤੋਂ ਇਲਾਵਾ ਜਦੋਂ ਅਸੀਂ ਦੇਖਦੇ ਹਾਂ, ਉਹ ਹੈ ਕਿ ਕੈਪਟਨ ਸਾਹਿਬ ਦਾ ਲੋਕਾਂ ਦੇ ਵਿੱਚ ਆਧਾਰ ਕੀ ਹੈ, ਕਿਉਂਕਿ ਲੋਕਾਂ ਦੇ ਵਿੱਚ ਜਿੰਨੀ ਦੇਰ ਤੁਹਾਡਾ ਆਧਾਰ ਨਹੀਂ ਹੁੰਦਾ ਉਨੀ ਦੇਰ ਤੁਸੀਂ ਕਿਸੇ ਵੀ ਪਾਰਟੀ ਚਲੇ ਜਾਓ ਉਹ ਤੁਹਾਨੂੰ ਨੇੜੇ ਨਹੀਂ ਲਾਉਂਦੀ। ਸੋ ਬੀਜੇਪੀ ਨੇ ਵੇਖ ਲਿਆ ਹੈ ਕਿ ਕੈਪਟਨ ਸਾਹਿਬ ਦਾ ਲੋਕਾਂ ਦੇ ਵਿੱਚ ਆਧਾਰ ਜਿਹੜਾ ਪਿਛਲੇ 4.5 ਸਾਲ ਜਾਂ ਪਿਛਲੇ ਪੌਣੇ 5 ਸਾਲ ਤੋਂ ਸੀਗਾ, ਉਹ ਆਧਾਰ ਬਿਲਕੁਲ ਇਸ ਵੇਲੇ ਖਤਮ ਹੋ ਚੁੱਕਿਆ ਹੈ। ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਇਸ ਤਰ੍ਹਾਂ ਦੇ ਆਧਾਰ ਵਾਲੇ, ਜਿਹਦਾ ਕੋਈ ਆਧਾਰ ਨਹੀਂ ਹੈ, ਉਸ ਤਰ੍ਹਾਂ ਦੇ ਲੀਡਰ ਨੂੰ ਨਾਲ ਲਾ ਕੇ ਬੀਜੇਪੀ ਕਦੇ ਵੀ ਐਡਾ ਵੱਡਾ ਰਿਸਕ ਨਹੀਂ ਲਏਗੀ। ਸੋ ਇਹੀ ਕਾਰਨ ਹੈ ਕਿ ਇਹ ਦੋ ਵੱਡੇ ਰੀਜ਼ਨ ਹੋ ਸਕਦੇ ਆ ਜਿਹਦੇ ਕਰਕੇ ਬੀਜੇਪੀ ਵਾਲੇ ਜਾਂ ਜਿਹੜੇ ਅਮਿਤ ਸ਼ਾਹ ਜੀ ਨੇ ਉਹਨਾਂ ਨੂੰ ਸਮਾਂ ਦੇਣਾ ਸੀਗਾ, ਉਹ ਸਮਾਂ ਉਹਨਾਂ ਨੂੰ ਨਹੀਂ ਮਿਲ ਰਿਹਾ। ਔਰ ਉਮੀਦ ਇਹੀ ਕੀਤੀ ਜਾਣੀ ਬਣਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੈਪਟਨ ਸਾਹਿਬ ਕੋਸ਼ਿਸ਼ ਜ਼ਰੂਰ ਕਰਨਗੇ ਕਿ ਮੈਨੂੰ ਕੋਈ ਨਾ ਕੋਈ ਪਾਰਟੀ ਜਿਹੜੀ ਹੈਗੀ ਆ ਵੋਟ ਲਵੇ, ਪਰ ਸਿਰਫ ਇਹ ਨਹੀਂ ਕਿ ਬੀਜੇਪੀ ਵਾਲੇ ਉਹਨਾਂ ਨੂੰ ਨਹੀਂ ਵੋਟਣਗੇ। ਇੱਥੋਂ ਤੱਕ ਕਿ ਆਪਾਂ ਕੱਲ ਵੀ ਇਹ ਗੱਲ ਕੀਤੀ ਸੀਗੀ ਕਿ ਕਾਂਗਰਸ ਵਾਲੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਕਾਂਗਰਸ ਦੇ ਵਿੱਚੋਂ ਕੱਢ ਸਕਦੇ ਆ। ਸੋ ਉਮੀਦ ਇਹੀ ਕਰਨੀ ਬਣਦੀ ਆ ਕਿ ਅਖੀਰ ਨੂੰ ਅਲੱਗ ਥਲੱਗ ਹੋ ਰਹਿ ਸਕਦੇ ਨੇ, ਔਰ ਸਭ ਤੋਂ ਵੱਧ ਇਹੀ ਹੋ ਸਕਦਾ ਹੈ ਕਿ ਉਹ ਆਪਣੀ ਕੋਈ ਕਸੀ ਪਿੱਟੀ ਪਾਰਟੀ ਜਿਹੜੀ ਹੈਗੀ ਹੈ ਉਹ ਬਣਾ ਕੇ ਆਪਣਾ ਫਲॉप ਸ਼ੋ ਜਿਹੜਾ ਹੈਗਾ ਦੇਣ ਔਰ ਆਪਣੀਆਂ ਜ਼ਮਾਨਤਾਂ ਜ਼ਬਤ ਕਰਵਾ ਲੈਣ। ਇਦਾਂ ਦੀਆਂ ਸੰਭਾਵਨਾਵਾਂ ਨਜ਼ਰ ਆ ਸਕਦੀਆਂ ਨੇ। ਪਰ ਜਿੱਥੋਂ ਤੱਕ ਕੈਪਟਨ ਸਾਹਿਬ ਦੀ ਹਰਕਤ ਦਾ ਸੰਬੰਧ ਹੈ, ਉਹਨਾਂ ਦੀ ਇਸ ਵੇਲੇ ਉਮਰ ਦਰਾਜ਼ ਹੋ ਚੁੱਕੀ ਹੈ, ਤਾਂ ਇੱਥੋਂ ਇਹ ਵੀ ਨਹੀਂ ਲੱਗਦਾ ਕਿ ਉਹ ਆਪਣੀ ਕੋਈ ਪਾਰਟੀ ਬਣਾ ਸਕਦੇ ਆ ਜਾਂ ਪਾਰਟੀ ਨੂੰ ਅੰਜਾਮ ਤੱਕ ਲੈ ਕੇ ਜਾ ਸਕਦੇ ਆ। ਇਸ ਤਰ੍ਹਾਂ ਦੀਆਂ ਕੋਈ ਸੰਭਾਵਨਾਵਾਂ ਵੀ ਨਜ਼ਰ ਨਹੀਂ ਆ ਰਹੀਆਂ। ਸੋ ਆਪਾਂ ਹੀ ਕਹਿ ਸਕਦੇ ਹਾਂ ਕਿ ਕੁੱਲ ਮਿਲਾ ਕੇ ਕੈਪਟਨ ਸਾਹਿਬ ਦਾ ਜਿਹੜਾ ਭਵਿੱਖ ਹੈ ਉਹ ਲਗਭਗ ਹੁਣ ਰਿਟਾਇਰਮੈਂਟ ਦਾ ਸਿਆਸਤ ਤੋਂ ਭਵਿੱਖ ਹੋ ਸਕਦਾ ਹੈ। ਉਹਨਾਂ ਨੂੰ ਆਪਣੇ ਘਰ ਦੇ ਵਿੱਚ, ਆਪਣੇ ਫਾਰਮ ਹਾਊਸ ਦੇ ਵਿੱਚ, ਆਪਣੇ ਮਹਿਲਾਂ ਦੇ ਵਿੱਚ ਬੈਠਣਾ ਚਾਹੀਦਾ ਹੈ, ਰੈਸਟ ਕਰਨੀ ਚਾਹੀਦੀ ਹੈ। ਔਰ ਹੁਣ ਜਿਹੜਾ ਹੈਗਾ ਇਦਾਂ ਦੀ ਜਿਹੜੀ ਹਰਕਤ ਕਰ ਰਹੇ ਨੇ, ਉਹਨਾਂ ਦੀ ਖੱਜਲ ਖੁਆਰੀ ਦੇਖਣ ਨੂੰ ਮਿਲ ਰਹੀ ਹੈ, ਉਹਦੇ ਤੋਂ ਬਚਣਾ ਚਾਹੀਦਾ ਹੈ ਔਰ ਰੈਸਟ ਕਰਨੀ ਚਾਹੀਦੀ ਹੈ ਕੈਪਟਨ ਸਾਹਿਬ ਨੂੰ। ਸੁਖਵਿੰਦਰ ਜੀ ਬਿਲਕੁਲ। ਤਾਂ ਉਹਦਾ ਜੇਕਰ ਆਪਾਂ ਗੱਲਬਾਤ ਪੰਜਾਬ ਦੇ ਸੰਦਰਭ ਦੇ ਵਿੱਚ ਇੱਕ ਵਾਰੀ ਹੋਰ ਕਰੀਏ ਤਾਂ ਅਰਵਿੰਦ ਕੇਜਰੀਵਾਲ ਜਿਹੜੇ 2 ਦਿਨਾਂ ਦੇ ਪੰਜਾਬ ਦੌਰੇ ਤੇ ਆਏ ਹੋਏ ਨੇ, ਕੱਲ ਉਹਨਾਂ ਦੇ ਵੱਲੋਂ ਵੱਡੇ ਵੱਡੇ ਐਲਾਨ ਵੀ ਕਰ ਦਿੱਤੇ ਗਏ। ਇੱਕ ਕਹਿੰਦੇ ਕਿ ਫਰਵਰੀ ਦੇ ਵਿੱਚ ਵੋਟਾਂ ਪੈ ਜਾਣੀਆਂ ਨੇ ਤੇ ਮਾਰਚ ਦੇ ਵਿੱਚ ਰਿਜ਼ਲਟ ਆ ਜਾਣਾ, ਤੁਸੀਂ ਸਾਡੀ ਸਰਕਾਰ ਬਣਾ ਦਿਓ ਤਾਂ ਅਸੀਂ 1 ਅਪ੍ਰੈਲ ਤੋਂ ਜਿਹੜੇ ਵੱਡੇ ਵੱਡੇ ਫੈਸਲੇ ਲੈਣੇ ਸ਼ੁਰੂ ਕਰ ਦਿਆਂਗੇ। ਤਾਂ ਖਾਸ ਗੱਲ ਇਹ ਰਹੀ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਗੁੱਸੇ ਗਿਲੇ ਚੱਲ ਰਹੇ ਸੀਗੇ, ਹੁਣ ਉਹਨਾਂ ਦੀ ਦੋਵਾਂ ਦੀ, ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਬਾਡੀ ਲੈਂਗੁਏਜ ਤੇ ਦੇਖ ਕੇ ਲੱਗ ਰਿਹਾ ਸੀ ਕਿ ਸ਼ਾਇਦ ਥੋੜੇ ਬਹੁਤੇ ਗੁੱਸੇ ਗਿਲੇ ਜਿਹੜੇ ਆ ਅੱਗੇ ਨਾਲੋਂ ਸੁਲਝੇ ਆ। ਕਿਵੇਂ ਦੇਖਦੇ ਹੋ ਕਿ ਗੁੱਸੇ ਗਿਲੇ ਜੇਕਰ ਭਗਵੰਤ ਮਾਨ ਦੇ ਸੰਦਰਭ ਤੋਂ ਗੱਲ ਕਰੀਏ ਤਾਂ ਇੱਕੋ ਤਰੀਕੇ ਨਾਲ ਸੁਲਝ ਸਕਦੇ ਸੀ ਕਿ ਜੇਕਰ ਭਗਵੰਤ ਮਾਨ ਨੂੰ CM ਕੈਂਡੀਡੇਟ ਐਲਾਨਿਆ ਜਾਂਦਾ,
ਤਾਂ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਵੀ ਮੰਗ ਸੀ। ਭਗਵੰਤ ਮਾਨ ਨੇ ਜਿਸ ਤਰੀਕੇ ਦੀ ਮਿਹਨਤ ਕੀਤੀ, ਆਮ ਆਦਮੀ ਪਾਰਟੀ ਦੇ ਵਰਕਰ ਚਾਹੁੰਦੇ ਸੀ ਕਿ ਭਗਵੰਤ ਮਾਨ ਨੂੰ ਅੱਗੇ ਲਿਆ ਕੇ ਸੀਐਮ ਕੈਂਡੀਡੇਟ ਐਲਾਨਿਆ ਜਾਵੇ। ਭਗਵੰਤ ਮਾਨ ਵੀ ਇਸੇ ਗੁੱਸੇ ਦੇ ਕਰਕੇ ਕਿਹਾ ਜਾ ਰਿਹਾ ਕਿ ਘਰ ਦੇ ਵਿੱਚ ਬੈਠੇ ਹੋਏ ਸੀ। ਤਾਂ ਹੁਣ ਜਿਸ ਤਰੀਕੇ ਦੇ ਨਾਲ ਬਾਹਰ ਨਿਕਲੇ ਨੇ, ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਲਗਾਤਾਰ ਮਿਹਨਤ ਕਰ ਰਹੇ ਨੇ, ਦੋਵਾਂ ਦੇ ਵਿਚਕਾਰ ਜਿਹੜਾ ਮੈਂ ਆਪਣੀ ਟੀਮ ਨੂੰ ਕਹਾਂਗਾ, ਕੱਲ ਭਗਵੰਤ ਮਾਨ ਜਦੋਂ ਭਗਵੰਤ ਮਾਨ ਦੇ ਘਰੇ ਗਏ ਅਰਵਿੰਦ ਕੇਜਰੀਵਾਲ, ਉਹਨਾਂ ਦੇ ਘਰ ਦੇ ਵਿੱਚ ਮਾਹੌਲ ਕਿਹੋ ਜਿਹਾ ਸੀ, ਤਸਵੀਰਾਂ ਕਿਹੋ ਜਿਹੀਆਂ ਸੀ, ਗੱਲਬਾਤ, ਰੋਟੀ ਪਾਣੀ ਕਿਵੇਂ ਖਾਧਾ, ਉਹਨਾਂ ਦੀ ਮਾਤਾ ਜੀ ਦੇ ਨਾਲ ਵੀ ਕਿਵੇਂ ਮਿਲਿਆ ਅਰਵਿੰਦ ਕੇਜਰੀਵਾਲ, ਆ ਜਿਹੜੀਆਂ ਰੋਟੀ ਪਾਣੀ ਖਾਂਦੇ ਦੀਆਂ ਤਸਵੀਰਾਂ ਜਿਹੜੀਆਂ ਦੇਖ ਰਹੇ ਹੋ, ਔਰ ਭਗਵੰਤ ਮਾਨ ਦੀ ਮਾਤਾ ਜੀ ਵੀ ਨਜ਼ਰ ਆ ਰਹੇ ਨੇ, ਅਰਵਿੰਦ ਕੇਜਰੀਵਾਲ, ਰਾਘਵ ਚੱਡਾ, ਭਗਵੰਤ ਮਾਨ ਖੁਦ ਨਜ਼ਰ ਆ ਰਹੇ ਨੇ, ਤੇ ਭਗਵੰਤ ਮਾਨ ਦੀ ਮਾਤਾ ਜੀ ਦੇ ਪੈਰੀਂ ਹੱਥ ਲਾਉਂਦੇ ਵੀ ਨਜ਼ਰ ਆ ਰਹੇ ਨੇ। ਅਰਵਿੰਦ ਕੇਜਰੀਵਾਲ ਜਿਹੜੇ ਆ ਸਤਿਕਾਰ ਦੇ ਤੌਰ ਤੇ, ਚਲੋ ਸਾਰੇ ਉਮਰ ਦੇ ਹਿਸਾਬ ਦੇ ਨਾਲ ਸਤਿਕਾਰ ਦੇ ਤੌਰ ਤੇ ਕਰਦੇ ਹੀ ਹੈ। ਤੇ ਕਿਵੇਂ ਦੇਖਦੇ ਹੋ ਕਿ ਹੁਣ ਜਿਸ ਤਰੀਕੇ ਦੇ ਨਾਲ ਸਾਰੀਆਂ ਗੱਲਾਂ ਬਾਤਾਂ ਦੋਵਾਂ ਦੇ ਵਿਚਕਾਰ ਸੁਲਝਦੀਆਂ ਨਜ਼ਰ ਆ ਰਹੀਆਂ, ਕੀ ਲੱਗਦਾ ਹੈ ਕਿ ਸੀਐਮ ਚਿਹਰਾ ਜਿਵੇਂ ਜਿਵੇਂ ਐਲਾਨਣ ਦਾ ਟਾਈਮ ਨੇੜੇ ਆ ਰਿਹਾ, ਲੱਗ ਰਿਹਾ ਕਿ ਭਗਵੰਤ ਮਾਨ ਦਾ ਨੰਬਰ ਜਿਹੜਾ ਲੱਗ ਸਕਦਾ, ਭਗਵੰਤ ਮਾਨ ਨੂੰ ਕੈਂਡੀਡੇਟ ਸੀਐਮ ਦਾ ਐਲਾਨਿਆ ਜਾ ਸਕਦਾ, ਕਿਉਂਕਿ ਕੋਈ ਬਹੁਤਾ ਵੱਡਾ ਚਿਹਰਾ ਹੋਰ ਕੀ ਪਾਰਟੀ ਦੇ ਅੰਦਰ ਆਉਂਦਾ ਨਜ਼ਰ ਨਹੀਂ ਆ ਰਿਹਾ। ਜੇਕਰ ਆਮ ਲੋਕਾਂ ਦੀ ਗੱਲ ਕਰੀਏ ਤਾਂ ਭਗਵੰਤ ਮਾਨ ਅਤੇ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਆਮ ਲੋਕ ਜਿਹੜੇ ਆ ਉਹ ਕਿਸੇ ਚਿਹਰੇ ਨੂੰ ਬਹੁਤਾ ਜ਼ਿਆਦਾ ਪਸੰਦ ਨਹੀਂ ਕਰਦੇ। ਬਹੁਤੀ ਜ਼ਿਆਦਾ ਜੇ ਲੋਕਪ੍ਰਿਯਤਾ ਹੈਗੀ ਆ ਉਹ ਦੋ ਚਿਹਰਿਆਂ ਦੀ ਹੈ, ਇੱਕ ਭਗਵੰਤ ਮਾਨ ਤੇ ਦੂਜਾ ਨਵਜੋਤ ਸਿੰਘ ਸਿੱਧੂ। ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਰੁਕੇ ਹੋਏ ਆ ਕਾਂਗਰਸ ਦੇ ਵਿੱਚ, ਤਾਂ ਫਿਰ ਆਮ ਆਦਮੀ ਪਾਰਟੀ ਦੇ ਕੋਲ ਕੋਈ ਰਾਹ ਨਹੀਂ ਬਚਦਾ ਕਿਸੇ ਹੋਰ ਚਿਹਰੇ ਦਾ। ਕੀ ਲੱਗਦਾ ਕਿ ਅਜਿਹੇ ਦੇ ਵਿੱਚ ਕਾਂਗਰਸ ਮਾਫ ਕਰਨਾ ਆਮ ਆਦਮੀ ਪਾਰਟੀ ਆਉਣ ਵਾਲੇ ਦਿਨਾਂ ਵਿੱਚ ਭਗਵੰਤ ਮਾਨ ਨੂੰ ਹੀ ਸੀਐਮ ਦਾ ਕੈਂਡੀਡੇਟ ਐਲਾਨ ਸਕਦੀ? ਸੁਖਵਿੰਦਰ ਜੀ ਦੇਖੋ, ਜਿੱਥੋਂ ਤੱਕ ਕੇਜਰੀਵਾਲ ਜੀ ਦੀ ਆਮਦ ਦਾ ਸੰਬੰਧ ਹੈ, ਇਹ ਬਹੁਤ ਹੀ ਇੱਕ ਮਹੱਤਵਪੂਰਨ ਗੇੜੀ ਕਹਿ ਸਕਦੇ ਹਾਂ। ਔਰ ਇਸ ਤੋਂ ਪਹਿਲਾਂ ਉਹਨਾਂ ਨੇ ਸ਼ੁਰੂ ਦੇ ਵਿੱਚ ਦੁਆਬੇ ਦੇ ਵਿੱਚ, ਔਰ ਪਹਿਲਾਂ ਉਸ ਤੋਂ ਮਾਝੇ ਦੇ ਵਿੱਚ, ਔਰ ਇਹ ਕਿਉਂਕਿ ਮਾਲਵਾ ਜਿਹੜਾ ਇਲਾਕਾ ਹੈ ਉਹ ਆਮ ਆਦਮੀ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਹੈ, ਖਾਸ ਤੌਰ ਤੇ ਮਾਨਸਾ, ਸੰਗਰੂਰ, ਬਠਿੰਡਾ, ਔਰ ਇਹ ਜਿਹੜਾ ਇਲਾਕਾ ਹੈ ਜਿਹਨੂੰ ਅਸੀਂ ਨਰਮਾ ਪੱਟੀ ਕਹਿੰਦੇ ਆ, ਉਸ ਇਲਾਕੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ ਵੋਟਾਂ ਜਿਹੜੀਆਂ ਨੇ ਕਿਸੇ ਵੇਲੇ ਮਿਲੀਆਂ ਸੀਗੀਆਂ। ਔਰ ਹੁਣ ਵੀ ਉਹਨਾਂ ਨੂੰ ਲੱਗਦਾ ਹੈ ਕਿ ਜੇਕਰ ਕੋਈ ਸੰਭਾਵਨਾ ਹੈ ਵੱਧ ਤੋਂ ਵੱਧ ਵੋਟਾਂ ਮਿਲਣ ਦੀ, ਉਹ ਅੱਜ ਵੀ ਮਾਲਵੇ ਦੇ ਵਿੱਚੋਂ ਹੈ। ਸੋ ਮਾਲਵੇ ਦੇ ਵਿੱਚ ਆਏ, ਮਾਨਸਾ ਦੇ ਵਿੱਚ ਗਏ, ਸੰਗਰੂਰ ਦੇ ਵਿੱਚ ਉਹ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਭਗਵੰਤ ਮਾਨ ਹੋਰਾਂ ਦੇ ਘਰ ਦੇ ਵਿੱਚ ਬੈਠੇ ਨੇ। ਔਰ ਇੱਥੋਂ ਇਹੀ ਸਪਸ਼ਟ ਹੁੰਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਗਵੰਤ ਮਾਨ ਹੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰਾ ਹੋ ਸਕਦੇ ਨੇ। ਉਹਦਾ ਵੱਡਾ ਕਾਰਨ ਇਹੀ ਹੈ ਕਿਉਂਕਿ ਜਿਵੇਂ ਤੁਸੀਂ ਵੀ ਦੱਸਿਆ ਹੈ ਕਿ ਆਮ ਆਦਮੀ ਪਾਰਟੀ ਐਡਾ ਵੱਡਾ ਰਿਸਕ ਨਹੀਂ ਲਏਗੀ ਕਿ ਕੋਈ ਨਵਾਂ ਬੰਦਾ ਬਾਹਰੋਂ ਲਿਆ ਕੇ, ਕੋਈ ਵੀ ਹੋ ਸਕਦਾ ਹੈ, ਉਹ ABC ਆਪਾਂ ਕਹਿ ਸਕਦੇ ਹਾਂ, ਕਿ ਉਸ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਦਿੱਤਾ ਜਾਵੇ। ਤਾਂ ਮੈਨੂੰ ਲੱਗਦਾ ਹੈ ਕਿ ਕਾਫੀ ਦਿੱਕਤਾਂ ਆਉਣ ਦੀਆਂ ਸੰਭਾਵਨਾਵਾਂ ਹੋ ਸਕਦੀਆਂ ਨੇ ਜੇਕਰ ਇਹ ਚੀਜ਼ ਵਾਪਰਦੀ ਹੈ। ਤਾਂ ਇਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਕੇਜਰੀਵਾਲ ਜੀ ਇਹ ਗੱਲ ਨੂੰ ਸਮਝ ਰਹੇ ਨੇ ਕਿ ਭਗਵੰਤ ਮਾਨ ਹੋਰਾਂ ਨੇ ਪਾਰਟੀ ਦੇ ਲਈ ਦਿਨ ਰਾਤ ਇੱਕ ਕਰਕੇ ਖੂਨ ਪਸੀਨਾ ਵਹਾ ਕੇ ਪਾਰਟੀ ਨੂੰ ਇੱਥੋਂ ਤੱਕ ਪਹੁੰਚਾਇਆ ਹੈ। ਅੱਜ ਜੇ ਪੰਜਾਬ ਦੇ ਵਿੱਚ ਪਾਰਟੀ ਦੀ ਹੋਂਦ ਹੈ, ਪਾਰਟੀ ਨੂੰ ਲੋਕ ਪਸੰਦ ਕਰਦੇ ਆ, ਤਾਂ ਲਾਜ਼ਮੀ ਤੌਰ ਤੇ ਉਹਦੇ ਵਿੱਚ ਭਗਵੰਤ ਮਾਨ ਦਾ ਰੋਲ ਜਿਹੜਾ ਹੈਗਾ ਬਹੁਤ ਵੱਡਾ ਰੋਲ ਹੈ। ਸੋ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਕੇਜਰੀਵਾਲ ਜੀ ਕੱਲ ਉਹਨਾਂ ਦੇ ਘਰ ਵੀ ਗਏ ਔਰ ਉਹਨਾਂ ਦੇ ਨਾਲ ਗੱਲਬਾਤ ਕੀਤੀ। ਲਗਭਗ 2 ਘੰਟੇ ਉਹ ਗੱਲਬਾਤ ਹੋਈ ਹੈ ਔਰ ਉਹਦੇ ਵਿੱਚ ਉਹਨਾਂ ਨੇ ਖਾਣਾ ਵੀ ਖਾਧਾ। ਔਰ ਜਿਸ ਖੁਸ਼ਗਵਾਰ ਮਾਹੌਲ ਦੇ ਵਿੱਚ ਇਹ ਜਿਹੜੀ ਸਾਰੀ ਮੁਲਾਕਾਤ ਹੋਈ ਹੈ, ਇੱਥੋਂ ਇਹੀ ਪਤਾ ਲੱਗਦਾ ਹੈ ਕਿ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਦੇ ਕੋਲ ਜਿਹੜਾ ਇੱਕ ਵੱਡਾ ਚਿਹਰਾ, ਜਿਵੇਂ ਤੁਸੀਂ ਵੀ ਕਹਿ ਰਹੇ ਹੋ ਕਿ ਭਗਵੰਤ ਮਾਨ ਹੈਗੇ ਨੇ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਵੀ ਉਹ ਅਨਾਉਂਸਮੈਂਟ ਕਰਨਗੇ ਮੁੱਖ ਮੰਤਰੀ ਦੇ ਚਿਹਰੇ ਦੀ, ਤਾਂ ਲਾਜ਼ਮੀ ਤੌਰ ਤੇ ਭਗਵੰਤ ਮਾਨ ਦਾ ਜਿਹੜਾ ਹੈਗਾ ਸਭ ਤੋਂ ਨੰਬਰ 1 ਤੇ ਨਾਮ ਹੋ ਸਕਦਾ ਹੈ। ਸੋ ਆਪਾਂ ਕਹਿ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਛੇਤੀ ਕਹਿ ਸਕਦੇ ਹਾਂ ਕਿ ਜਿਉਂ-ਜਿਉਂ ਚੋਣਾਂ ਆਉਣਗੀਆਂ ਨੇੜੇ, ਉਹਦੇ ਵਿੱਚ ਭਗਵੰਤ ਮਾਨ ਦੀਆਂ ਮੁੱਖ ਮੰਤਰੀ ਦੇ ਤੌਰ ਤੇ ਉਹਨਾਂ ਨੂੰ ਚਿਹਰਾ ਪੇਸ਼ ਕਰਨ ਦੀਆਂ ਸੰਭਾਵਨਾਵਾਂ ਨੇ, ਉਹਦੇ ਵਿੱਚ ਵਾਧਾ ਹੋ ਸਕਦਾ ਹੈ। ਸੋ ਭਗਵੰਤ ਮਾਨ ਜੀ ਹੁਣ ਕੱਲ ਦੀ ਮੀਟਿੰਗ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਬਹੁਤ ਜ਼ੋਰ ਦੇ ਨਾਲ ਕਿ ਹਰਕਤ ਦੇ ਵਿੱਚ ਆਉਣਗੇ, ਪੰਜਾਬ ਦੇ ਲੋਕਾਂ ਨਾਲ ਮਿਲਣਗੇ, ਮਾਲਵੇ ਦੇ ਵਿੱਚ ਜਾਣਗੇ, ਦੁਆਬੇ, ਮਾਝੇ ਦੇ ਵਿੱਚ, ਪੰਜਾਬ ਦੇ ਪਿੰਡਾਂ, ਸ਼ਹਿਰਾਂ, ਕਸਬਿਆਂ ਦੇ ਵਿੱਚ ਜਾ ਕੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਨਗੇ। ਇੱਥੋਂ ਉਮੀਦ ਵੱਜੀ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਬਾਕੀ ਪਾਰਟੀਆਂ ਦੇ ਪੈਰਲਲ ਲਗਾਤਾਰ ਆਪਣੀ ਜਿਹੜੀ ਹਰਕਤ ਹੈ ਉਹ ਵਧਾਏਗੀ ਔਰ ਉਹਦੇ ਵਿੱਚ ਭਗਵੰਤ ਮਾਨ ਜੀ ਦਾ ਰੋਲ ਜਿਹੜਾ ਹੈਗਾ ਕਾਫੀ ਵੱਡਾ ਹੋਣ ਦੀਆਂ ਸੰਭਾਵਨਾਵਾਂ ਕੱਲ ਦੀ ਮੀਟਿੰਗ ਤੋਂ ਬਾਅਦ ਨਜ਼ਰ ਆ ਰਹੀਆਂ ਨੇ। ਸੁਖਵਿੰਦਰ ਜੀ ਬਿਲਕੁਲ। ਤਾਂ ਅਗਲੀ ਖਬਰ ਦੀ ਜੇਕਰ ਆਪਾਂ ਗੱਲਬਾਤ ਕਰੀਏ ਤਾਂ ਪ੍ਰਸ਼ਾਂਤ ਕਿਸ਼ੋਰ ਦੇ ਵੱਲੋਂ ਵੱਡਾ ਬਿਆਨ ਆਇਆ, ਅਗਲੀ ਸਰਕਾਰ ਨੂੰ ਲੈ ਕੇ ਭਵਿੱਖਬਾਣੀ ਕਰ ਦਿੱਤੀ ਹੈ। ਉਹਨਾਂ ਨੇ ਕਹਿਤਾ ਕਿ ਭਾਜਪਾ ਜਿਹੜੀ ਹੈ, ਕਹਿੰਦੇ
ਅਗਲੇ ਆਉਣ ਵਾਲੇ ਕਈ ਸਮਿਆਂ ਤੱਕ, ਕਹਿੰਦੇ ਕਈ ਦਹਾਕਿਆਂ ਤੱਕ ਭਾਜਪਾ ਜਿਹੜੀ ਹੈ ਉਹ ਭਾਰਤ ਦੇ ਵਿੱਚੋਂ ਜਾਵੇਗੀ। ਕਹਿੰਦੇ ਕਿ ਬੇਸ਼ੱਕ ਮੋਦੀ ਤੋਂ ਬਹੁਤ ਸਾਰੇ ਲੋਕ ਤੰਗ ਨੇ, ਭਾਰਤ ਦੇ ਲੋਕ, ਮੋਦੀ ਕਹਿੰਦੇ ਬਦਲਿਆ ਜਾ ਸਕਦਾ ਹੈ, ਪਰ ਕਾਂਗਰਸ ਦੇ ਜਿਹੇ ਜਿਹੇ ਹਾਲਾਤ ਨੇ ਤਾਂ ਉਹਨਾਂ ਨੂੰ ਦੇਖ ਕੇ ਇਦਾਂ ਲੱਗਦਾ, ਉਹ ਕਹਿੰਦੇ ਕਿ ਭਾਜਪਾ ਕਈ ਦਹਾਕਿਆਂ ਤੱਕ ਭਾਰਤ ਦੇ ਵਿੱਚੋਂ ਜਾਣ ਵਾਲੀ ਨਹੀਂ। ਕਿਵੇਂ ਦੇਖਦੇ ਹੋ ਪ੍ਰਸ਼ਾਂਤ ਕਿਸ਼ੋਰ ਦੀ ਇਸ ਰਾਏ? ਦੇਖੋ, ਪ੍ਰਸ਼ਾਂਤ ਕਿਸ਼ੋਰ ਜੀ ਭਵਿੱਖਬਾਣੀਆਂ ਕਰਨ ਦੇ ਮਾਹਿਰ ਨੇ, ਔਰ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਕਿਸੇ ਹੱਦ ਤੱਕ, ਇੱਕ ਹੱਦ ਤੱਕ ਇਹ ਕਾਫੀ ਠੀਕ ਹੈ, ਕਿਉਂਕਿ ਉਹਨਾਂ ਦਾ ਜਿਹੜਾ ਲੌਜਿਕ ਹੈ ਇਹਦੇ ਪਿੱਛੇ, ਇਸ ਗੱਲ ਕਰਨ ਦੇ ਪਿੱਛੇ, ਉਹ ਇਹੀ ਹੈ ਕਿ ਭਾਜਪਾ ਜਿਹੜੀ ਹੈਗੀ ਆ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਮੰਨਦੀ ਹੈ। ਉਹਦਾ ਵੱਡਾ ਕਾਰਨ ਹੈ ਕਿ ਉਹਦੇ ਕੋਲੇ ਜਥੇਬੰਦਕ ਢਾਂਚਾ ਜਿਹੜਾ ਹੈਗਾ, ਉਹਦੇ ਵੱਖ-ਵੱਖ ਵਿੰਗ ਨੇ, ਲਗਭਗ 56 ਵਿੰਗ ਉਹਦੇ ਨੇ ਜਿਹੜੇ ਅਲੱਗ-ਅਲੱਗ ਤਬਕਿਆਂ ਨੂੰ ਉਹਨਾਂ ਨੂੰ ਨਾਲ ਜੋੜਦੇ ਆ। ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਇਸ ਚੀਜ਼ ਨੂੰ ਆਧਾਰ ਬਣਾ ਕੇ ਜਦੋਂ ਅਸੀਂ ਇਹਦੇ ਪੈਰਲਲ ਕੋਈ ਦੂਸਰੀ ਪਾਰਟੀ ਵੇਖਦੇ ਹਾਂ, ਖਾਸ ਤੌਰ ਤੇ ਅਸੀਂ ਕਾਂਗਰਸ ਦੇ ਉੱਤੇ ਨਜ਼ਰਸਾਨੀ ਕਰਦੇ ਹਾਂ, ਤਾਂ ਸਾਨੂੰ ਲੱਗਦਾ ਹੈ ਕਿ ਕਾਂਗਰਸ ਜਥੇਬੰਦਕ ਢਾਂਚੇ ਦੇ ਤੌਰ ਤੇ ਇੱਕ ਬਿਖਰੀ ਹੋਈ ਪਾਰਟੀ ਹੈ। ਉਹਦੇ ਕੋਲੋਂ ਆਪਣੀਆਂ ਜਿੱਥੇ-ਜਿੱਥੇ ਉਹਨਾਂ ਦੇ ਸਟੇਟਾਂ ਦੇ ਵਿੱਚ ਰਾਜ ਸੱਤਾ ਹੈ ਉਹਨਾਂ ਕੋਲ, ਤਾਂ ਉਹ ਸਟੇਟਾਂ ਵੀ ਉਹਦੇ ਕੋਲੇ ਸੰਭਾਲੀਆਂ ਨਹੀਂ ਜਾ ਰਹੀਆਂ। ਉਹਦਾ ਵੱਡਾ ਕਾਰਨ ਇਹ ਹੈ ਕਿ ਇੱਕ ਤਾਂ ਉਹਦੇ ਵਿੱਚ ਅਨੁਸ਼ਾਸਨ ਦੀ ਬਹੁਤ ਕਮੀ ਹੈ, ਇਹ ਡਿਸਪਲਿਨ ਦੀ ਜਿਹੜੀ ਹੈਗੀ ਹੈ ਕਾਂਗਰਸ ਦੇ ਵਿੱਚ ਕਾਫੀ ਕਮੀ ਨਜ਼ਰ ਆਈ ਹੈ। ਦੂਜਾ ਵੱਡਾ ਕਾਰਨ ਹੈ ਕਿ ਜਥੇਬੰਦਕ ਢਾਂਚਾ ਜਿਹੜਾ ਹੈਗਾ ਕਾਂਗਰਸ ਕੋਲੋਂ ਜਿਹੜਾ ਹਜੇ ਤੱਕ ਨਹੀਂ ਡਿਵੈਲਪ ਕੀਤਾ ਗਿਆ। ਸੋ ਇਸ ਕਰਕੇ ਇਹੀ ਅੰਦਾਜ਼ੇ ਲਾਏ ਜਾ ਸਕਦੇ ਨੇ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਆਪਣੇ ਨਾਲ ਵੱਡੇ ਲੀਡਰਾਂ ਨੂੰ ਨਹੀਂ ਜੋੜਦੀ ਔਰ ਥੱਲੇ ਤੱਕ ਬੂਥ ਲੈਵਲ ਤੱਕ ਆਪਣੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਨਹੀਂ ਕਰਦੀ, ਖਾਸ ਤੌਰ ਤੇ ਜਿਹੜੀ ਜਿੱਥੇ-ਜਿੱਥੇ ਹੁਣ ਇਹਨਾਂ ਦੀ ਸਰਕਾਰ ਹੈ ਔਰ ਜਿੱਥੇ ਸਰਕਾਰ ਨਹੀਂ ਹੈਗੀ ਜਾਂ ਬਣਨ ਦੀਆਂ ਸੰਭਾਵਨਾਵਾਂ ਨੇ, ਜਾਂ ਪੂਰੇ ਹਿੰਦੁਸਤਾਨ ਦੇ ਵਿੱਚ ਜਦੋਂ ਜਿਸ ਵੇਲੇ ਆਜ਼ਾਦੀ ਦਾ ਦੌਰ ਚੱਲ ਰਿਹਾ ਸੀਗਾ, ਜਿਸ ਵੇਲੇ ਆਜ਼ਾਦੀ ਦੀ ਲੜਾਈ ਚੱਲ ਰਹੀ ਸੀਗੀ, ਤਾਂ ਉਸ ਵੇਲੇ ਬਹੁਤ ਵੱਡਾ ਆਧਾਰ ਕਾਂਗਰਸ ਦਾ ਹੁੰਦਾ ਸੀਗਾ, ਪਰ ਉਹਦੇ ਵਿੱਚੋਂ ਹੌਲੀ-ਹੌਲੀ ਉਹ ਆਧਾਰ ਜਿਹੜਾ ਹੈਗਾ ਖੁਸਦਾ ਗਿਆ, ਖਤਮ ਹੁੰਦਾ ਗਿਆ। ਔਰ ਅੱਜ ਇਹ ਪੋਜੀਸ਼ਨ ਆ ਗਈ ਕਿ ਜਿੱਥੇ ਇਹਨਾਂ ਦੀਆਂ ਸਰਕਾਰਾਂ ਵੀ ਹੈਗੀਆਂ ਨੇ 2 ਜਾਂ 3 ਸਟੇਟਾਂ ਦੇ ਵਿੱਚ, ਉੱਥੋਂ ਵੀ ਜਿਹੜੇ ਹੈਗੇ ਲੜਾਈ ਝਗੜੇ ਜਾਂ ਕਾਟੋ ਕਲੇਸ਼ ਨਜ਼ਰ ਆ ਰਿਹਾ ਹੈ। ਇਹਦਾ ਵੱਡਾ ਕਾਰਨ ਇਹ ਹੈ, ਇੱਕ ਤਾਂ ਵੱਡਾ ਲੀਡਰ ਇਹਨਾਂ ਕੋਲੇ ਕੋਈ ਜਿਹੜਾ ਸਾਰਿਆਂ ਨੂੰ ਨਾਲ ਜੋੜ ਕੇ ਇੱਕ ਝੰਡੇ ਥੱਲੇ ਇਹਨਾਂ ਨੂੰ ਇਕੱਠਾ ਕਰਕੇ ਅੱਗੇ ਲਿਜਾ ਸਕੇ, ਇਦਾਂ ਦਾ ਕੋਈ ਸੰਭਾਵਨਾਵਾਂ ਨਜ਼ਰ ਨਹੀਂ ਆਉਂਦੀਆਂ। ਸੋ ਇਹੀ ਕਾਰਨ ਹੈ ਕਿ ਜੇ ਆਪਾਂ ਇਹਨਾਂ ਦੇ ਪੈਰਲਲ ਬੀਜੇਪੀ ਦੇ ਕੋਲ ਬਹੁਤ ਵੱਡੇ ਲੀਡਰ ਨੇ, ਉਹਨਾਂ ਕੋਲੇ ਸੰਘ ਹੈ, ਉਹਨਾਂ ਕੋਲੇ ਜਿਹੜਾ ਹੈਗਾ ਆਰਐਸਐਸ ਦੀ ਵਿਚਾਰਧਾਰਾ ਹੈ ਜਿਹਨੂੰ ਉਹ ਅੱਗੇ ਲਿਜਾਣਾ ਚਾਹੁੰਦੇ ਨੇ। ਔਰ ਇਹੀ ਕਾਰਨ ਹੈ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਦਾ ਆਧਾਰ ਜਿਹੜਾ ਹੈਗਾ ਬਣਿਆ ਰਹੇਗਾ ਔਰ ਅਗਲੀਆਂ ਚੋਣਾਂ 24 ਦੀਆਂ ਚੋਣਾਂ ਜਾਂ ਉਸ ਤੋਂ ਬਾਅਦ ਉਹਨਾਂ ਨੇ ਤਾਂ ਕਿਹਾ ਕਿ ਅਗਲੇ 40 ਸਾਲ ਜਿਹੜੇ ਨੇ ਉਹ ਬੀਜੇਪੀ ਦੇ ਬਣੇ ਰਹਿਣ ਦੀਆਂ ਸੰਭਾਵਨਾਵਾਂ ਵੀ ਹੋ ਸਕਦੀਆਂ ਨੇ। ਪਰ ਇੱਕ ਕਾਰਨ ਇੱਥੇ ਜਿਹੜਾ ਮਿਸ ਕਰ ਗਏ ਉਹ ਹੈ ਕਿ ਲੋਕਾਂ ਦੀ ਸ਼ਕਤੀ। ਜੇਕਰ ਲੋਕਾਂ ਦੇ ਵਿੱਚ ਤਾਕਤ ਹੈ, ਜਿਵੇਂ ਕਿਸਾਨੀ ਅੰਦੋਲਨ ਹੈ, ਮੰਨ ਲਓ ਜੇਕਰ ਇਹ ਕਿਸਾਨੀ ਅੰਦੋਲਨ ਅੱਗੇ ਜਾਂਦਾ ਹੈ, ਖਾਸ ਤੌਰ ਤੇ 22 ਦੀਆਂ ਚੋਣਾਂ ਦੇ ਵਿੱਚ ਤੱਕ ਚੱਲਦਾ ਹੈ, ਤਾਂ ਇਸ ਅੰਦੋਲਨ ਨੇ ਬਹੁਤ ਵੱਡੀਆਂ ਸੰਭਾਵਨਾਵਾਂ ਪੈਦਾ ਕਰਨੀਆਂ ਨੇ। ਖਾਸ ਤੌਰ ਤੇ ਯੂਪੀ ਦੇ ਵਿੱਚ, ਉੱਤਰਾਖੰਡ ਦੇ ਵਿੱਚ, ਪੰਜਾਬ ਦੇ ਵਿੱਚ ਤਾਂ ਆਪਾਂ ਵੇਖ ਹੀ ਚੁੱਕੇ ਹਾਂ ਕਿ ਬੀਜੇਪੀ ਦਾ ਜਿਸ ਕਿਸਮ ਦੇ ਨਾਲ ਸਫਾਇਆ ਕੀਤਾ ਹੈ ਕਿਸਾਨੀ ਅੰਦੋਲਨ ਨੇ, ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ। ਔਰ ਜੇਕਰ ਇਹ ਅੰਦੋਲਨ ਲੰਬਾ ਚੱਲਦਾ ਹੈ ਤਾਂ ਕੋਈ ਕਾਰਨ ਨਹੀਂ ਹੈ ਕਿ ਬੀਜੇਪੀ ਦਾ ਹਿੰਦੁਸਤਾਨ ਦੇ ਵਿੱਚੋਂ, ਭਾਰਤ ਦੇ ਵਿੱਚੋਂ ਸਫਾਇਆ ਹੋ ਜਾਵੇ। ਸੋ ਇਦਾਂ ਦੀਆਂ ਵੀ ਸੰਭਾਵਨਾਵਾਂ ਨੇ। ਉਹਦੇ ਵਿੱਚੋਂ ਕੋਈ ਨਵੀਂ ਤਾਕਤ ਜਿਹੜੀ ਹੈਗੀ ਹੈ, ਨਵੀਂ ਪਾਰਟੀ ਦਾ ਇਮਰਜ ਹੋਣਾ, ਜਾਂ ਬਾਕੀ ਜਿਹੜੀਆਂ ਸਟੇਟਾਂ ਦੀਆਂ ਪਾਰਟੀਆਂ, ਰੀਜਨਲ ਪਾਰਟੀਆਂ ਨੇ, ਉਹਨਾਂ ਦਾ ਇਕੱਠੇ ਹੋ ਕੇ ਜਿਹੜਾ ਹੈਗਾ ਲੜਾਈ ਲੜਨਾ ਔਰ ਬੀਜੇਪੀ ਨੂੰ ਟੱਕਰ ਦੇਣੀ, ਇਦਾਂ ਦੀਆਂ ਸੰਭਾਵਨਾਵਾਂ ਵੀ ਪੈਦਾ ਹੋ ਸਕਦੀਆਂ ਨੇ। ਸੋ ਇਹ ਨਹੀਂ ਹੈ ਕਿ ਉਹਨਾਂ ਦੀ ਭਵਿੱਖਬਾਣੀ ਬਿਲਕੁਲ ਠੀਕ ਹੈ। ਜੇਕਰ ਰੀਜਨਲ ਪਾਰਟੀਆਂ ਦੇ ਲੀਡਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਕੱਠੇ ਹੋਣਗੇ ਔਰ ਕਿਸਾਨੀ ਅੰਦੋਲਨ ਅੱਗੇ ਜਾਏਗਾ, ਕਿਸਾਨ ਜਿਹੜੇ ਨੇ ਪੂਰੇ ਭਾਰਤ ਦੇ ਵਿੱਚ ਆਪਣਾ ਅੰਦੋਲਨ ਲੈ ਕੇ ਜਾਣਗੇ, ਤਾਂ ਲਾਜ਼ਮੀ ਤੌਰ ਤੇ ਕੋਈ ਕਾਰਨ ਨਹੀਂ ਹੈ ਕਿ 24 ਦੇ ਵਿੱਚ ਨਾ ਹਰਾਇਆ ਜਾਏ ਬੀਜੇਪੀ ਨੂੰ। ਸੋ ਬੀਜੇਪੀ ਨੂੰ ਹਰਾਇਆ ਜਾ ਸਕਦਾ ਹੈ, ਉਹ ਸੰਘਰਸ਼ਾਂ ਦੇ ਰਾਹੀਂ ਔਰ ਏਕਤਾ ਦੇ ਰਾਹੀਂ ਹੀ ਹਰਾਇਆ ਜਾ ਸਕਦਾ ਹੈ। ਜੇਕਰ ਕਿਸਾਨੀ ਅੰਦੋਲਨ ਅੱਗੇ ਵਧਦਾ ਹੈ, ਇਹਦਾ ਕੋਈ ਹੱਲ ਨਹੀਂ ਨਿਕਲਦਾ। ਰਾਹੁਲ ਗਾਂਧੀ, ਜਿਸ ਤਰੀਕੇ ਨਾਲ ਰਾਹੁਲ ਗਾਂਧੀ ਦੇ ਬਾਰੇ ਉਹਨਾਂ ਨੇ ਕਾਰਨ ਦੱਸਿਆ, ਕਹਿੰਦੇ ਕਿ ਰਾਹੁਲ ਗਾਂਧੀ ਦੀ ਇਹ ਪ੍ਰੋਬਲਮ ਜ਼ਰੂਰ ਹੈਗੀ ਆ ਕਿ ਉਹਨੂੰ ਐਂ ਲੱਗਦਾ ਕਿ ਥੋੜੇ ਸਮੇਂ ਦੀ ਗੱਲ ਹੈ, ਥੋੜੇ ਸਮੇਂ ਬਾਅਦ ਲੋਕ ਆਪਣੇ ਆਪ ਚੇਂਜ ਕਰ ਦੇਣਗੇ। ਉਹ ਕਹਿੰਦੇ ਕਿ ਲੋਕ ਆਪਣੇ ਆਪ ਚੇਂਜ ਕਰਨ ਵਾਲੇ ਨਹੀਂ, ਲੋਕ ਮੋਦੀ ਦੇ ਖਿਲਾਫ ਹੋ ਸਕਦੇ ਆ, ਭਾਜਪਾ ਦੇ ਖਿਲਾਫ ਵਾਲੇ ਲੋਕ ਜਿਹੜੇ ਆ ਉਹ ਨਹੀਂ ਹੋਏ, ਹਾਲੇ ਮੋਦੀ ਦੇ ਖਿਲਾਫ ਨੇ। ਤਾਂ ਕਾਂਗਰਸ ਵੀ ਕੋਈ ਅਜਿਹਾ ਕੰਮ ਕਹਿੰਦੇ ਨਹੀਂ ਕਰ ਰਹੀ ਜਿਹਦੇ ਕਰਕੇ ਕਾਂਗਰਸ ਇੱਕ ਲਹਿਰ ਖੜੀ ਕਰ ਦੇਵੇ ਆਪਣੀ। ਅਜਿਹਾ ਕੋਈ ਕੰਮ ਨਹੀਂ ਹੈ। ਕਹਿੰਦੇ ਚੁੱਪਚਾਪ ਜਿਹੜੇ ਰਾਹੁਲ ਗਾਂਧੀ ਆ ਉਹ ਬੈਠੇ ਇਹ ਉਡੀਕ ਰਹੇ ਨੇ ਕਿ ਕੁਝ ਸਮੇਂ ਦੀ ਗੱਲ ਹੈ, ਕੁਝ ਸਮੇਂ ਬਾਅਦ ਸਾਰਾ ਕੁਝ ਠੀਕ ਹੋ ਜਾਏਗਾ।
ਜੀ ਦੇਖੋ, ਰਾਹੁਲ ਗਾਂਧੀ ਜੀ ਆਪਣੇ ਆਪ ਨੂੰ ਕੀ ਕਹਿ ਰਹੇ ਨੇ, ਟਵੀਟਾਂ ਦੇ ਰਾਹੀਂ ਲੜਾਈ ਲੜ ਰਹੇ ਨੇ। ਜਿਹੜੇ ਵੀ ਉਹਨਾਂ ਦੇ ਬਿਆਨ ਆਉਂਦੇ ਨੇ ਉਹ ਟਵੀਟਾਂ ਦੇ ਰਾਹੀਂ ਆਉਂਦੇ ਨੇ। ਪਰ ਇਹ ਲੜਾਈ ਤੁਹਾਨੂੰ ਜੇਕਰ ਬੀਜੇਪੀ ਨਾਲ ਲੜਾਈ ਲੜਨੀ ਹੈ, ਤੁਹਾਨੂੰ ਸੜਕਾਂ ਤੇ ਆ ਕੇ ਲੜਨੀ ਪਏਗੀ, ਮੈਦਾਨ ਦੇ ਵਿੱਚ ਆਉਣਾ ਪਏਗਾ। ਉਸ ਮੈਦਾਨ ਦੇ ਵਿੱਚ, ਉਸ ਸੜਕਾਂ ਦੇ ਉੱਤੇ ਆਉਣ ਦੇ ਲਈ ਤੁਹਾਨੂੰ ਬਹੁਤ ਵੱਡੇ ਸੰਘਰਸ਼ ਕਰਨੇ ਪੈਣਗੇ। ਚਾਹੇ ਉਹ ਮਹਿੰਗਾਈ ਦਾ ਮੁੱਦਾ ਹੈ, ਚਾਹੇ ਕੋਈ ਹੋਰ ਮੁੱਦਾ ਹੈ, ਕਿਸਾਨਾਂ ਦਾ ਮੁੱਦਾ ਹੈ। ਔਰ ਇਹ ਤਾਂ ਹੀ ਮੁੱਦਾ ਬਣ ਸਕਦਾ ਹੈ ਜੇਕਰ ਤੁਹਾਡੇ ਕੋਲੇ ਜਥੇਬੰਦਕ ਢਾਂਚਾ ਮਜ਼ਬੂਤ ਹੈ ਵੱਖ-ਵੱਖ ਸਟੇਟਾਂ ਦੇ ਵਿੱਚ। ਜੇਕਰ ਤੁਹਾਡੇ ਕੋਲੇ ਜਥੇਬੰਦਕ ਢਾਂਚਾ ਨਹੀਂ ਹੈ ਤਾਂ ਤੁਹਾਡਾ ਜਿਹੜਾ ਵਲੰਟੀਅਰ ਹੈ ਜਾਂ ਤੁਹਾਡਾ ਬੂਥ ਲੈਵਲ ਦਾ ਲੀਡਰ ਹੈ, ਉਹ ਤੁਹਾਡੇ ਨਾਲ ਨਹੀਂ ਜੁੜ ਸਕੇਗਾ। ਸੋ ਇਸ ਕਰਕੇ ਜਿਹੜੀ ਗੱਲ ਕਹਿ ਰਹੇ ਨੇ ਕਿ ਜਿੰਨੀ ਦੇਰ ਕਾਂਗਰਸ ਪਾਰਟੀ ਇੱਕ ਲੀਡਰ ਦੇ ਥੱਲੇ ਔਰ ਇੱਕ ਝੰਡੇ ਦੇ ਥੱਲੇ ਇਕੱਠੀ ਨਹੀਂ ਹੁੰਦੀ ਤਾਂ ਲਾਜ਼ਮੀ ਤੌਰ ਤੇ ਇਹਦੀਆਂ ਜਿਹੜੀਆਂ ਸੰਭਾਵਨਾਵਾਂ ਨੇ ਉਹ ਪਿੱਛੇ ਜਾਣਦੀਆਂ ਨੇ, ਨਾ ਕਿ ਅੱਗੇ ਆਉਂਦੀਆਂ। ਇਹ ਗੱਲ ਠੀਕ ਕਹਿ ਰਹੇ ਨੇ ਪ੍ਰਸ਼ਾਂਤ ਕਿਸ਼ੋਰ ਜੀ। ਪਰ ਜਿਹੜੀਆਂ ਸੰਭਾਵਨਾਵਾਂ ਮੈਂ ਦੂਸਰੀ ਜਿਹੜੀ ਗੱਲ ਕਰ ਰਿਹਾ, ਉਹ ਇਤਿਹਾਸ ਜਿਹੜਾ ਹੁੰਦਾ ਨਾ, ਇਤਿਹਾਸ, ਮੈਨੂੰ ਇੱਕ ਲਾਈਨ ਯਾਦ ਆਉਂਦੀ ਹੈ ਕਿ ਹਿਸਟਰੀ ਇਜ਼ ਦਾ ਮੋਸਟ ਇਮੈਜੀਨੇਟਿਵ ਦੈਨ ਮੈਨ। ਜਿਹੜੀ ਇਤਿਹਾਸ ਹੁੰਦਾ ਉਹ ਮਨੁੱਖ ਨਾਲੋਂ ਵੱਧ ਕਲਪਨਾਸ਼ੀਲ ਹੁੰਦਾ ਹੈ। ਸੋ ਇਸ ਕਰਕੇ ਇਹ ਨਹੀਂ ਕਹਿ ਸਕਦੇ ਕਿ ਜੇ ਉਹਦੀ ਭਵਿੱਖਬਾਣੀ ਕਰਤੀ ਤਾਂ ਇਦਾਂ ਹੀ ਹੋਏਗਾ। ਇਤਿਹਾਸ ਦੇ ਵਿੱਚ ਹੋ ਸਕਦਾ ਹੈ ਕਿ ਬੀਜੇਪੀ ਨੇ ਸੋਚਿਆ ਹੀ ਨਾ ਹੋਵੇ ਕਿ ਕਿਸਾਨ ਅੰਦੋਲਨ ਐਡਾ ਵੱਡਾ ਪੂਰੀ ਦੁਨੀਆ ਦੇ ਵਿੱਚ ਫੈਲੇਗਾ। ਇਹ ਉਹਨਾਂ ਨੇ ਕਦੇ ਸੋਚਿਆ ਹੀ ਨਾ ਹੋਵੇ, ਪਰ ਹੋ ਗਿਆ। ਇਹ ਕਹਿਣ ਦਾ ਮਤਲਬ ਹੈ ਕਿ ਇਤਿਹਾਸ ਦੇ ਵਿੱਚ ਕੁਝ ਵੀ ਵਾਪਰ ਸਕਦਾ ਹੈ। ਇਹਦੀਆਂ ਇਦਾਂ ਦੀਆਂ ਕਿਆਸ ਰਾਈਆਂ ਜਿਹੜੀਆਂ ਨੇ, ਜਿਵੇਂ ਪ੍ਰਸ਼ਾਂਤ ਕਿਸ਼ੋਰ ਜੀ ਲਾ ਰਹੇ ਨੇ, ਉਹਦੀਆਂ ਕੋਈ ਇਦਾਂ ਸੰਭਾਵਨਾਵਾਂ ਨਹੀਂ ਨਜ਼ਰ ਆਉਂਦੀਆਂ। ਉਹ ਇਸ ਲਈ ਕਹਿ ਰਹੇ ਨੇ ਕਿਉਂਕਿ ਜਥੇਬੰਦਕ ਢਾਂਚਾ ਉਹਨਾਂ ਕੋਲੇ ਮਜ਼ਬੂਤ ਹੈ। ਪਰ ਜਥੇਬੰਦਕ ਢਾਂਚਾ ਨਾਲ ਦੀ ਨਾਲ ਟੁੱਟ ਸਕਦਾ ਹੈ। ਜਿਵੇਂ ਪੰਜਾਬ ਦੇ ਵਿੱਚ ਦੇਖੋ, 26 ਸਾਲਾਂ ਦਾ ਜਿਹੜਾ ਗੱਠਜੋੜ ਸੀਗਾ ਅਕਾਲੀ ਦਲ ਬੀਜੇਪੀ ਦਾ, ਉਹ ਟੁੱਟਿਆ। ਕਿਹਨੇ ਤੋੜਿਆ? ਉਹ ਸੰਘਰਸ਼ਾਂ ਨੇ ਤੋੜਿਆ। ਸੋ ਇਸ ਕਰਕੇ ਪੂਰੇ ਭਾਰਤ ਦੇ ਵਿੱਚ ਵੀ ਜਿਹੜਾ ਉਹ ਕਹਿੰਦੇ ਨੇ ਕਿ ਸਾਡੇ ਕੋਲੇ ਜਥੇਬੰਦਕ ਢਾਂਚਾ ਹੈ, ਸਾਡੇ ਕੋਲੇ ਲੀਡਰਸ਼ਿਪ ਹੈ, ਉਹ ਵੀ ਟੁੱਟ ਸਕਦਾ ਹੈ ਜੇਕਰ ਬਾਕੀ ਜਿਹੜੇ ਲੋਕ ਨੇ ਉਹ ਇਕੱਠੇ ਹੁੰਦੇ ਨੇ, ਜੁੜਦੇ ਨੇ, ਵੱਖ-ਵੱਖ ਮੁੱਦਿਆਂ ਦੇ ਉੱਤੇ ਆਉਂਦੇ ਨੇ, ਮਹਿੰਗਾਈ ਦੇ ਮੁੱਦੇ ਦੇ ਉੱਤੇ ਇਕੱਠੇ ਹੁੰਦੇ ਨੇ, ਤਾਂ ਲਾਜ਼ਮੀ ਤੌਰ ਤੇ ਇੱਕ ਨਵੀਂ ਲਹਿਰ ਜਿਹੜੀ ਹੈਗੀ ਹੈ ਪੈਦਾ ਹੋ ਸਕਦੀ ਹੈ। ਔਰ ਨਵੀਂ ਲਹਿਰ ਦੇ ਵਿੱਚੋਂ ਨਵੀਂ ਲੀਡਰਸ਼ਿਪ ਪੈਦਾ ਹੋ ਸਕਦੀ ਹੈ ਔਰ ਨਵੀਂ ਲੀਡਰਸ਼ਿਪ ਦੇ ਵਿੱਚੋਂ ਨਵੀਆਂ ਪਾਰਟੀਆਂ ਪੈਦਾ ਹੋ ਸਕਦੀਆਂ ਨੇ। ਸੋ ਇਦਾਂ ਦਾ ਕਹਿਣਾ ਮੈਨੂੰ ਲੱਗਦਾ ਹੈ ਕਿ ਇਹ ਕਿਆਸ ਰਾਈ ਤਾਂ ਜ਼ਰੂਰ ਹੋ ਸਕਦੀ ਹੈ, ਪਰ ਹਕੀਕਤ ਨਾਲ ਜੁੜੀ ਹੋਈ ਇਹ ਆਪਾਂ ਕਹਿ ਸਕਦੇ ਹਾਂ ਕਿ ਇਦਾਂ ਦੀ ਕੋਈ ਸੰਭਾਵਨਾਵਾਂ ਨਜ਼ਰ ਨਹੀਂ ਆਉਂਦੀਆਂ। ਸੁਖਿੰਦਰ ਜੀ, ਬਿਲਕੁਲ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਰਾਈ ਸਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਤਦ ਤੱਕ ਦੀ ਇਜਾਜ਼ਤ। ਧੰਨਵਾਦ।